हेलो स्टूडेंट्स वेलकम टू टीवी स्कूल। लास्ट टाइम ਅਸੀਂ ਸਕੋਪ ਕੀਤੇ ਸੀ ਮਾਈਕਰੋਸਕੋਪ। ਉਹਦੇ ਵਿੱਚ ਦੋ ਪਾਰਟਸ ਕੀਤੇ ਸੀਗੇ, ਇੱਕ ਸੀਗਾ ਸਿੰਪਲ ਮਾਈਕਰੋਸਕੋਪ ਤੇ ਦੂਸਰਾ ਸੀਗਾ ਕੰਪਾਊਂਡ ਮਾਈਕਰੋਸਕੋਪ। ਅੱਜ ਅਸੀਂ ਕਰਨਾ ਟੈਲੀਸਕੋਪ। ਟੈਲੀਸਕੋਪ ਹੁੰਦਾ ਕੀ ਹੈ, ਉਹ ਕਿੱਥੇ ਕਿੱਥੇ ਯੂਜ਼ ਹੁੰਦਾ ਹੈ ਤੇ ਉਹਦੇ ਉੱਤੇ ਥੋੜੀ ਚਰਚਾ ਕਰਨੀ ਅਸੀਂ। ਠੀਕ ਹੈ, ਟੈਲੀਸਕੋਪ ਹੈ ਕੀ ਹੈ। ਸਭ ਤੋਂ ਪਹਿਲੇ ਲੋਅਰ ਕਲਾਸ ਵਿੱਚ ਆਪਾਂ ਪੜ੍ਹਦੇ ਆ ਰਹੇ, ਟੈਲੀਸਕੋਪ ਜਿਹੜਾ ਮਤਲਬ ਕਿ ਦੂਰ ਦੀਆਂ ਚੀਜ਼ਾਂ ਦੇਖਣ ਦੇ ਕੰਮ ਆਉਂਦਾ ਹੈ। ਠੀਕ ਹੈ, ਹੈਵਨਲੀ ਆਬਜੈਕਟਸ एक डिवाइस है which is used to see the heavenly objects clearly। मीनस जिवें कि बहुत ज़्यादा दूर साडे तो ये नहीं है कि इधरों दी मतलब कि वो ट्रेन नूं देखण लई बहुत ज़्यादा दूर खड़ी हुई ट्रेन, ठीक है, उवें नहीं। लार्ज डिस्टेंस मीनस इनफाइनाइट, फॉर एग्जांपल इनफाइनाइट तक दे डिस्टेंस तक कह सकदे हो इनफाइनाइट। ठीक, इनफाइनाइट डिस्टेंस किवें किहड़े मतलब कि जिवें कि अपने सन हो गया, स्टार हो गया, ਇਹੋ ਜਿਹੀਆਂ ਚੀਜ਼ਾਂ ਨੂੰ ਦੇਖਣ ਲਈ। ਹੁਣ ਉਹਨੂੰ ਦੇਖਣ ਲਈ ਅਲੱਗ-ਅਲੱਗ ਸਾਇੰਟਿਸਟ ਨੇ ਅਲੱਗ-ਅਲੱਗ ਤਰ੍ਹਾਂ ਦੇ ਟੈਲੀਸਕੋਪ ਬਣਾਏ। ਠੀਕ ਹੈ, ਟਾਈਪਸ ਆਫ ਟੈਲੀਸਕੋਪ। ਫਰਸਟ ਇਜ਼ ਰਿਫਰੈਕਟਿੰਗ ਟਾਈਪ ਐਂਡ ਦਾ ਸੈਕੰਡ ਵਨ ਇਜ਼ ਰਿਫਲੈਕਟਿੰਗ ਟਾਈਪ। ਰਿਫਰੈਕਟਿੰਗ ਕਿਹੜਾ ਹੋਊਗਾ, ਮੀਨਸ ਰਿਫਰੈਕਟਿੰਗ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਪਏ ਹਾਂ, ਰਿਫਰੈਕਟਿੰਗ ਦੇ ਵਿੱਚ ਲੈਂਸਿਸ ਯੂਜ਼ ਕਰਾਂਗੇ, ਕਿਉਂਕਿ ਲੈਂਸ ਕੀ ਹੈ, ਲੈਂਸ ਦੇ ਵਿੱਚ ਹੀ ਰਿਫਰੈਕਸ਼ਨ ਹੁੰਦੀ। ਮੀਨਸ ਲਾਈਟ ਟਰੈਵਲਸ ਫਰੋਮ ਵਨ ਮੀਡੀਅਮ ਟੂ ਅਨਦਰ ਮੀਡੀਅਮ, ਦੈਟ ਇਜ਼ ਕਾਲਡ ਰਿਫਰੈਕਟਿੰਗ ਟਾਈਪ ਟੈਲੀਸਕੋਪ। ठीक है, अनदर वन इज रिफ्लेक्टिंग टाइप टेलीस्कोप, क्योंकि ਇਹਦੇ ਵਿੱਚ ਕੁਝ ਓਵਰਕਮ ਹੋਈਆਂ ਸੀ ਇਹ ਚੀਜ਼ਾਂ। ਠੀਕ ਹੈ, ਜਿਵੇਂ ਕਿ ਆਪਾਂ ਪੜਾਂਗੇ, ਠੀਕ ਹੈ, ਸਫੈਰਿਕਲ ਅਬਰੇਸ਼ਨਸ, ਠੀਕ ਹੈ, ਕ੍ਰੋਮੈਟਿਕ ਅਬਰੇਸ਼ਨਸ, ਇਹੋ ਜਿਹੀਆਂ ਟਰਮਸ ਪੜਾਂਗੇ ਜਿਹੜੇ ਕਿ ਡਰਾਬੈਕ ਬਣੇ ਇਸ ਟਾਈਪ ਦੇ ਟੈਲੀਸਕੋਪਸ ਦੇ ਲਈ। ਠੀਕ ਹੈ, ਉਹਨੂੰ ਓਵਰਕਮ ਰਿਫਲੈਕਟਿੰਗ ਟਾਈਪ ਟੈਲੀਸਕੋਪਸ ਨੇ ਕੀਤਾ। ਠੀਕ ਹੈ, ਸਭ ਤੋਂ ਪਹਿਲੇ ਆਪਾਂ ਰਿਫਰੈਕਟਿੰਗ ਟਾਈਪ ਟੈਲੀਸਕੋਪ ਦੇ ਉੱਤੇ ਥੋੜਾ ਜਿਹਾ ਦੇਖ ਲਈਏ। ਰਿਫਰੈਕਟਿੰਗ ਟਾਈਪ ਟੈਲੀਸਕੋਪ ਹੈ ਕਿਹੜੇ ਹੈ? It is of two types. First is astronomical telescope and the other one is terrestrial telescope. ਹੁਣ ਦੇਖੋ astronomical telescope mainly ਆਪਾਂ ਇਹੀ ਯੂਜ਼ ਕਰਦੇ ਹਾਂ ਜ਼ਿਆਦਾਤਰ। ਠੀਕ ਹੈ, ਪਰ ਅੱਜ ਕੱਲ ਥੋੜੀ ਮੋਡੀਫਿਕੇਸ਼ਨ ਆ ਗਈ ਹੈ, ਅੱਜ ਕੱਲ ਜਿਹੜੇ ਆ ਅਲੱਗ ਤਰ੍ਹਾਂ ਦੇ ਯੂਜ਼ ਕਰਦੇ ਆ, ਉੱਤੇ ਡਿਸਕਸ਼ਨ ਕਰਦੇ ਆ। ਐਸਟਰੋਨੋਮਿਕਲ ਕਿਹੜੇ ਹੋ ਗਏ, ਜਿਹੜੇ ਕਿ ਆਪਾਂ ਹੈਵਨਲੀ ਆਬਜੈਕਟਸ ਲਾਈਕ ਸਨ, ਸਟਾਰ, ਪਲੈਨਟਸ ਐਟਸੈਟਰਾ, ਮੀਨਸ ਕਾਫੀ ਜ਼ਿਆਦਾ ਇਨਫਾਈਨਾਈਟ। ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀਗਾ astronomical telescope, these are the device used to see the heavenly objects clearly। पर ਇਹਦੀ ਜਿਹੜੀ ਫਾਈਨਲ ਇਮੇਜ ਬਣ ਰਹੀ ਸੀਗੀ, it is inverted in nature। ਠੀਕ ਹੈ, ਮਤਲਬ ਇਸ ਫਾਰਮ 'ਚ ਬਣ ਰਹੀ ਸੀ। ਠੀਕ ਹੈ, ਇਹ ਵੀ ਇੱਕ ਓਵਰਕਮ ਕੰਸੀਡਰ ਕਰ ਸਕਦੇ ਹਾਂ, inverted in nature। ਠੀਕ ਹੈ, ਫਾਈਨਲ ਇਮੇਜ is inverted in nature। ਠੀਕ, ਦੂਸਰਾ ਆ ਗਿਆ terrestrial type telescope। ਇਹ ਕਿਹੜੇ ਹੁੰਦੇ ਆ? these are used to see the objects on the surface of earth। ਠੀਕ ਹੈ, ਸਰਫੇਸ ਔਨ ਦਾ ਅਰਥ ਮਤਲਬ ਕਾਫੀ ਡਿਸਟੈਂਸ ਤੇ ਹੋਣ। ਠੀਕ ਹੈ, ਇਹਦੀ ਜਿਹੜੀ ਫਾਈਨਲ ਇਮੇਜ ਬਣਦੀ ਹੈ, ਇਹ ਕਿੱਥੇ ਬਣਦੀ ਹੈ, ਕਿਵੇਂ ਦੀ ਬਣਦੀ ਹੈ? ਜਿਵੇਂ ਇੱਥੇ ਇਨਵਰਟਿਡ ਬਣੀ ਸੀ, ਇੱਥੇ ਇਰੈਕਟ ਬਣਦੀ ਹੈ। ਇੱਥੇ ਆਪਾਂ ਤਿੰਨ ਲੈਂਸਿਸ ਯੂਜ਼ ਕਰਦੇ ਗਏ ਆ, ਉਹ ਤਿੰਨ ਲੈਂਸਿਸ ਦੇ ਕਰਕੇ ਹੀ ਫਾਈਨਲ ਇਮੇਜ ਇਰੈਕਟ ਬਣਦੀ ਹੈ। ਇੱਥੇ ਆਪਾਂ ਦੋ ਲੈਂਸਿਸ ਯੂਜ਼ ਕਰਾਂਗੇ। ਠੀਕ ਹੈ, ਦੋ ਲੈਂਸਿਸ ਯੂਜ਼ ਕਰਾਂਗੇ। ਹੁਣ ਦੇਖੋ ਰਿਫਲੈਕਟਿੰਗ ਟਾਈਪ ਟੈਲੀਸਕੋਪ ਮੀਨਸ ਇਹ ਦੋਨਾਂ ਦਾ ਜਿਹੜਾ ਓਵਰਕਮ ਸੀ, ਠੀਕ ਹੈ, ਜਿਹੜੇ ਡਰਾਬੈਕਸ ਬਣ ਰਹੇ ਸੀਗੇ, ਜਿਵੇਂ ਕ੍ਰੋਮੈਟਿਕ ਅਬਰੇਸ਼ਨਸ ਤੇ ਸਫੈਰਿਕਲ ਅਬਰੇਸ਼ਨਸ, ਜਿਹੜੇ ਮੈਂ ਤੁਹਾਨੂੰ ਕਿਹਾ ਕਿ ਆਪਾਂ ਡਿਸਕਸ ਕਰਾਂਗੇ ਲਾਸਟ ਵਿੱਚ, ਉਹ ਇਹਨੇ ਓਵਰਕਮ ਨੂੰ ਥੋੜਾ ਜਿਹਾ ਕੀਤਾ। ਠੀਕ ਹੈ, ਇਹਦੇ ਉੱਤੇ ਥੋੜਾ ਜਿਹਾ ਦੇਖੋ ਹੁਣ ਰਿਫਲੈਕਟਿੰਗ ਟਾਈਪ ਹੈ ਕੀ ਹੈ। ਰਿਫਲੈਕਟਿੰਗ ਟਾਈਪ ਟੈਲੀਸਕੋਪ ਕੀ ਹੈ, ਇਹਦੇ ਵਿੱਚ ਯੂਜ਼ ਕੀ ਕਰਦੇ ਆ? ਰਿਫਲੈਕਟ ਕਰੇ ਮੀਨਸ ਮਿਰਰ ਹੀ ਯੂਜ਼ ਕਰਾਂਗੇ, ਮਤਲਬ ਲੈਂਸ ਤਾਂ ਯੂਜ਼ ਕਰਾਂਗੇ ਨਹੀਂ। ਰਿਫਲੈਕਟਿੰਗ ਟਾਈਪ ਟੈਲੀਸਕੋਪ ਵਿੱਚ ਆਪਾਂ ਯੂਜ਼ ਕੀਤਾ ਕਨਵਰਜਿੰਗ ਮਿਰਰ ਟੂ ਸੀ ਦਾ ਆਬਜੈਕਟਸ। ਹੁਣ ਦੋ ਸਾਇੰਟਿਸਟ ਸੀ, ਸਭ ਤੋਂ ਪਹਿਲੇ ਨਿਊਟੋਨੀਅਨ ਤੇ ਦੂਸਰਾ ਕੈਸਿਗਰੀਅਨ। ਨਿਊਟੋਨੀਅਨ ਟਾਈਪ ਟੈਲੀਸਕੋਪ ਤੇ ਕੈਸਿਗਰੀਅਨ ਟਾਈਪ ਟੈਲੀਸਕੋਪ। ਠੀਕ ਹੈ, ਇਹ ਦੋ ਤਰ੍ਹਾਂ ਦੇ ਟੈਲੀਸਕੋਪ ਸੀ। ਨਿਊਟਨ ਤੋਂ ਵੀ ਜ਼ਿਆਦਾ ਬੈਟਰ ਜਿਹੜਾ ਸੀ ਉਹ ਦੈਟ ਇਜ਼ ਕੈਸਿਗਰੀਅਨ ਟੈਲੀਸਕੋਪ। ਠੀਕ ਹੈ, ਨਿਊਟਨ ਦਾ ਟੈਲੀਸਕੋਪ ਠੀਕ ਸੀ, ਪਰ ਉਹਦੇ ਵਿੱਚ ਜਿਹੜੀ ਇਮੇਜ ਨੂੰ ਦੇਖਣ ਵਾਸਤੇ ਮਤਲਬ ਕਿ ਸਾਨੂੰ ਕਾਫੀ ਮਤਲਬ ਕਿ ਜਿਵੇਂ ਬਹੁਤ ਵੱਡੀਆਂ ਮਤਲਬ ਕਿ ਚਾਨਣੀਆਂ ਬਣਾਉਣੀਆਂ ਪੈਂਦੀਆਂ ਸੀ, ਮੀਨਸ ਪੌੜੀਆਂ ਲੰਬੀਆਂ ਬਣਾ ਕੇ ਦੇਖਣਾ ਪੈਂਦਾ ਸੀਗਾ। ਪਰ ਕੈਸਿਗਰੀਅਨ ਨੂੰ ਇਹਦੇ ਜਿਹੜੇ ਡਰਾਬੈਕ ਬਣੇ, ਕੈਸਿਗਰੀਅਨ ਨੂੰ ਓਵਰਕਮ ਕੀਤਾ। ਠੀਕ ਹੈ, ਇਹ ਵੀ ਆਪਾਂ ਡਿਸਕਸ ਕਰਾਂਗੇ ਲਾਸਟ ਵਿੱਚ। ਠੀਕ ਹੈ, ਨਿਊਟਨ ਐਂਡ ਕੈਸਿਗਰੀਅਨ, ਪਰ ਦੋਨਾਂ ਨੇ ਯੂਜ਼ ਕੀ ਕੀਤਾ ਸੀਗਾ? ਮਿਰਰ ਦੀ ਹੈਲਪ ਦੇ ਨਾਲ ਸਾਰਾ ਕੀਤਾ ਸੀ। ਠੀਕ ਹੈ, ਇਹਨੇ ਇੱਕ ਮਿਰਰ ਇੱਕ ਲੈਂਸ, ਇਹਨੇ ਦੋਨੋਂ ਮਿਰਰਸ ਯੂਜ਼ ਕੀਤੇ ਸੀ। ਵਨ ਇਜ਼ ਕਨਵੈਕਸ ਐਂਡ ਦਾ ਅਦਰ ਵਨ ਇਜ਼ ਕਨਕੇਵ ਮਿਰਰ। ਠੀਕ, ਹੁਣ ਸਭ ਤੋਂ ਪਹਿਲੇ ਆਪਾਂ ਜਿਹੜਾ ਡਿਸਕਸ ਕਰਨਾ ਹੈ ਦੈਟ ਇਜ਼ ਐਸਟਰੋਨੋਮਿਕਲ ਟਾਈਪ ਟੈਲੀਸਕੋਪ। ਠੀਕ ਹੈ, ਹਾਂਜੀ, ਨੈਕਸਟ ਇਜ਼ ਐਸਟਰੋਨੋਮਿਕਲ ਟੈਲੀਸਕੋਪ। ਐਸਟਰੋਨੋਮਿਕਲ ਟੈਲੀਸਕੋਪ ਹੁਣੀ ਆਪਾਂ ਜਿਵੇਂ ਡਿਸਕਸ ਕੀਤਾ, ਐਸਟਰੋਨੋਮਿਕਲ ਟੈਲੀਸਕੋਪ ਹੁੰਦੇ ਕਿਹੜੇ ਨੇ? ਥੀਸ ਆਰ ਦ ਡਿਵਾਈਸਿਸ used to see the heavenly object clearly। These are the devices which are used to see
the heavenly objects like star, sun, etc. clearly। ठीक है, ਇਹਦੇ ਚ ਆਪਾਂ यूज ਕੀ ਕਰਦੇ ਗਏ, ਠੀਕ ਹੈ ਠੀਕ ਹੈ। ਹੈਵਨਲੀ ਆਬਜੈਕਟਸ ਲਾਈਕ ਸਨ, ਸਟਾਰ ਐਟਸੈਟਰਾ ਕਲੀਅਰਲੀ। ਹੁਣ ਦੇਖੋ ਇਹਨੂੰ, ਇਹਦੇ ਵਿੱਚ ਆਪਾਂ ਦੋ ਤਰ੍ਹਾਂ ਦੇ ਲੈਂਸ ਯੂਜ਼ ਕਰਦੇ ਹਾਂ। ਲੈਂਸਿਸ ਯੂਜ਼ਡ, ਕਿਹੜੇ ਕਿਹੜੇ ਲੈਂਸ ਯੂਜ਼ ਕਰਦੇ ਹਾਂ? ਦੋ ਤਰ੍ਹਾਂ ਦੇ, ਮਤਲਬ ਸੇਮ ਮਟੀਰੀਅਲ ਦੇ ਬਣੇ ਹੋਏ ਕਨਵੈਕਸ ਲੈਂਸਿਸ ਦੋ ਯੂਜ਼ ਕਰਦੇ ਹਾਂ। ਉਹਨਾਂ ਦੇ ਕੀ ਨਾਮ ਰੱਖੇ ਹੋਏ ਆ? ਫਰਸਟ ਇਜ਼ ऑब्जेक्टिव लेंस, ठीक है, एंड द सेकंड वन इज आईपीस लेंस, ठीक है, ऑब्जेक्टिव लेंस एंड आईपीस लेंस। ਹੁਣ ਦੇਖੋ ਇੱਥੇ ਜਿਹੜਾ ਆਪਾਂ ऑब्जेक्टिव लेंस ਲੈਂਦੇ ਗਿਆ, ਇਹਦੀ ਅਪਰਚਰ ਐਂਡ ਫੋਕਲ ਲੈਂਥ ਐਂਡ ਅਪਰਚਰ, ਇਹ ਦੋਨੋਂ ਟਰਮਸ, focal length and aperture should be large, means ਇਹ ਲਾਰਜ ਕਰਨ ਦਾ ਕਾਰਨ ਹੈ so that maximum rays fall on the objective lens। ਜ਼ਿਆਦਾ ਤੋਂ ਜ਼ਿਆਦਾ ਰੇਸ ਆਪਾਂ ਚਾਹੁੰਦੇ ਹਾਂ ਉੱਥੇ ਪੈਣ। ਫੋਰ ਐਗਜ਼ਾਮਪਲ ਆਪਾਂ ਚਾਹੁੰਦੇ ਕਿ ਦੇਖੋ ਇੱਕ ਇਮੇਜ ਬਣਾਉਣ ਲਈ, ਅੱਛੀ ਇਮੇਜ ਬਣਾਉਣ ਲਈ, ਠੀਕ ਹੈ, ਫੋਰ ਐਗਜ਼ਾਮਪਲ ਇੱਕ ਇਮੇਜ ਜਿਹੜੀ ਆ 100 ਰੇਜ਼ ਨਾਲ ਬਣ ਰਹੀ ਹੈ। ਅਗਰ ਆਪਾਂ ਆਬਜੈਕਟਿਵ ਲੈਂਸ ਦਾ ਸਾਈਜ਼ ਛੋਟਾ ਕਰ ਦਾਂਗੇ, ਠੀਕ ਹੈ, ਉਹ 100 ਰੇਜ਼ ਨਾਲ 100 ਰੇਜ਼ ਆ ਰਹੀਆਂ ਫੋਰ ਐਗਜ਼ਾਮਪਲ, ਜਾਂ 150 ਆ ਰਹੀਆਂ, 200 ਆ ਰਹੀਆਂ, ਫੋਰ ਐਗਜ਼ਾਮਪਲ 100 ਰੇਜ਼ ਆ ਰਹੀਆਂ ਇਸ ਫਾਰਮ ਚ ਲੈਂਸ ਤੇ ਪੈ ਰਹੀਆਂ। ਆਪਾਂ ਦੋ ਲੈਂਸ ਯੂਜ਼ ਕਰਨੇ ਆ। ਇੱਥੇ ਫੋਰ ਐਗਜ਼ਾਮਪਲ 100 ਰੇਜ਼ ਆ ਰਹੀਆਂ, 100 ਰੇਜ਼ ਨਾਲ ਬਣ ਕੇ ਇੱਥੇ ਇੱਕ ਇਮੇਜ ਬਣਨੀ ਚਾਹੀਦੀ ਹੈ ਜੋ ਕਿ ਬਿਲਕੁਲ ਕਲੀਅਰ ਇਮੇਜ ਦਿਖਾਏਗੀ। ਇਧਰੋਂ ਦੀ ਫੋਰ ਐਗਜ਼ਾਮਪਲ 1000 ਆਪਾਂ ਬਣਾਤੀਆਂ, 1000 ਰੇਜ਼ ਆਈਆਂ, ਇਹਨਾਂ ਨੇ ਇੱਥੇ ਇਮੇਜ ਬਣਾਤੀ, ਫੋਰ ਐਗਜ਼ਾਮਪਲ ਇਸ ਪੁਆਇੰਟ ਤੇ ਇਮੇਜ ਬਣਾਤੀ। ਪਰ ਇਹ ਜ਼ਰੂਰੀ ਨਹੀਂ ਹੈ ਕਿ ਇਹ 1000 ਤੋਂ ਜਿੰਨੀਆਂ ਵੀ ਰੇਜ਼ ਇੱਥੇ ਇਮੇਜ ਬਣੀ ਹੈ ਉਹ 1000 ਦੀ ਰੇਜ਼ 1000 ਰੇਜ਼ ਸਾਰੀ ਇਸ ਲੈਂਸ ਵਿੱਚੋਂ ਦੀ ਪਾਸ ਕਰਨ। ਗॉट ਮਾਈ ਪੁਆਇੰਟ? ਫੋਰ ਐਗਜ਼ਾਮਪਲ ਆਪਾਂ ਐਵੇਂ ਲੈਟ ਕਰਦੇ ਹਾਂ, ਥੋੜੇ ਛੋਟੇ ਲੈਵਲ ਤੋਂ ਗੱਲ ਕਰਦੇ ਹਾਂ। ਇਹ 100 ਰੇਜ਼ ਨਾਲ ਇਮੇਜ ਬਣ ਰਹੀ ਸੀ, ਇਧਰੋਂ ਦੀ ਅਗਰ ਆਪਾਂ 100 ਰੇਜ਼ ਭੇਜਦੇ ਪਏ ਹਾਂ, ਫੋਰ ਐਗਜ਼ਾਮਪਲ 100 ਰੇਜ਼ ਆ ਰਹੀਆਂ, 100 ਰੇਜ਼ ਦੇ ਕਰਕੇ ਹੀ ਇਹ ਕਲੀਅਰ ਇਮੇਜ ਬਣਾਏਗਾ। ਅਗਰ ਇਹਦਾ ਆਪਾਂ ਸਾਈਜ਼ ਛੋਟਾ ਕਰ ਦਾਂਗੇ, ਫੋਰ ਐਗਜ਼ਾਮਪਲ ਇਧਰੋਂ ਦੀ ਅਗਰ 90 ਰੇਜ਼ ਹੀ ਆਈਆਂ ਤੇ ਇਮੇਜ ਜਿਹੜੀ ਇੱਥੇ ਬਣੇਗੀ ਉਹ ਉਨੀ ਕਲੀਅਰ ਨਹੀਂ ਬਣੇਗੀ ਪਰ ਉਨੀ ਕਲੀਅਰ ਨਹੀਂ ਬਣੇਗੀ ਜਿੰਨੀਆਂ ਕਿ 100 ਰੇਜ਼ ਨਾਲ ਮਿਲ ਕੇ ਬਣਨੀਆਂ ਸੀ। ਸੋ ਦੈਟ ਆਪਾਂ ਚਾਹੁੰਦੇ ਕਿ ਮੈਕਸਿਮਮ ਰੇਜ਼ ਇੱਥੇ ਫਾਲ ਕਰਨ ਉਸ ਇਮੇਜ ਦੀਆਂ, ਸੋ ਦੈਟ ਇਹ ਵਾਲਾ ਲੈਂਸ ਜਿਹੜਾ ਆਪਾਂ ਅੱਗੇ ਰੱਖਾਂਗੇ ਇਟ ਸ਼ੁੱਡ ਬੀ ਆਫ ਲਾਰਜਰ ਸਾਈਜ਼, ਕਿਉਂਕਿ ਦੂਰੋਂ ਦੀ ਹੈਵਨਲੀ ਆਬਜੈਕਟਸ ਦੇਖਨੇ ਆਪਾਂ, ਠੀਕ ਹੈ। ਸੋ ਦੈਟ ਜਿਹੜੀਆਂ ਇੱਥੇ ਅਗਰ ਇੱਥੇ ਇਮੇਜ ਕਲੀਅਰ ਬਣੇਗੀ ਤਾਂ ਹੀ ਇਹ ਲੈਂਸ ਇਸ ਇਮੇਜ ਨੂੰ ਜਦ ਲਾਰਜ ਸਾਈਜ਼ ਕਰੇਗਾ ਉਹ ਉਨਾ ਹੀ ਕਲੀਅਰਲੀ ਦਿਖਾ ਪਾਏਗਾ। ਅਗਰ ਇਧਰੋਂ ਦੀ ਰੇਜ਼ ਹੀ ਨੰਬਰ ਆਫ ਰੇਜ਼ ਘੱਟ ਆ ਰਹੀਆਂ, ਇਮੇਜ ਉਨੀ ਬ੍ਰਾਈਟ ਨਹੀਂ ਬਣ ਰਹੀ, ਤੇ ਇਹ ਲੈਂਸ ਵੀ ਉਹਦੀ ਇਮੇਜ ਉਨੀ ਕਲੀਅਰ ਨਹੀਂ ਬਣਾ ਪਾਏਗਾ। ਕਲੀਅਰ ਹੋਇਆ? ਆਪਾਂ ਇੱਥੇ ਦੋ ਤਰ੍ਹਾਂ ਦੇ ਲੈਂਸਸ ਯੂਜ਼ ਕਰਨੇ ਆ, ਠੀਕ ਹੈ। ਫਰਸਟ ਇਜ਼ ऑब्जेक्टिव लेंस। ऑब्जेक्टिव लेंस ਦਾ ਮਤਲਬ ਕੀ ਹੈ? ਇਟ ਇਜ਼ ਪਲੇਸਡ nearer to object. Why it is called objective lens? As it is placed nearer to object. Clear? ਹੁਣ ਆਈਪੀਸ ਕਿਉਂ ਹੈ? ਹੁਣ ਆਪਾਂ ਜਦ ਫੋਕਸ ਕਰਦੇ ਹਾਂ ਤੇ ਆਈਪੀਸ ਜਿਹੜਾ ਨਾ, ਆਈਪੀਸ ਮੀਨਸ ਆਪਾਂ ਇਧਰੋਂ ਦੀ ਦੇਖ ਰਹੇ ਹਾਂ, ਆਬਜੈਕਟ ਅੱਗੇ ਪਿਆ ਹੋਇਆ ਹੈ, ਆਬਜੈਕਟ ਮੀਨਸ ਫੋਰ ਐਗਜ਼ਾਮਪਲ ਹੈਵਨਲੀ ਆਬਜੈਕਟਸ ਹੈ, ਉਧਰੋਂ ਦੀ ਲਾਈਟ ਆ ਰਹੀ ਹੈ, ਆਪਾਂ ਉਹਨੂੰ ਫੋਕਸ ਕਰ ਰਹੇ ਹਾਂ, ਇੱਕ ਅੱਗੇ ਲੈਂਸ ਲੱਗਾ ਹੋਏਗਾ, ਇੱਕ ਪਿੱਛੇ ਲੈਂਸ ਲੱਗਾ ਹੋਏਗਾ, ਜਿਹੜਾ ਆਈ ਦੇ ਨੀਅਰ ਬਾਈ ਹੋਏਗਾ, that lens is called eyepiece lens, which is nearby to eyes, ਤੇ ਆਪਾਂ ਇਹ ਲੈਂਸ ਕਿਵੇਂ ਯੂਜ਼ ਕਰਨਾ ਹੈ? ਇੱਥੇ ਵੀ ਜਿਹੜਾ ਆਪਾਂ ਲੈਂਸ ਯੂਜ਼ ਕੀਤਾ ਹੈ it is of convex lens of large focal length and large aperture। ਇੱਥੇ ਵੀ focal length large ਲੈਣਾ ਹੈ but comparatively smaller than the objective lens, small focal length and small aperture comparatively to objective lens, ਇੱਥੇ ਕਲੀਅਰ ਹੋ ਰਹੀ ਟਰਮ। ਹੁਣ ਦੇਖੋ ਆਪਾਂ ਇਹਦਾ ਰੇ ਡਾਇਗਰਾਮ, ਵਰਕਿੰਗ, ਇਹ ਸਾਰੀਆਂ ਟਰਮਸ ਕਰਨੀਆਂ। ਹੁਣ ਦੇਖੋ ਸਭ ਤੋਂ ਪਹਿਲੇ ਇਹਦਾ ਰੇ ਡਾਇਗਰਾਮ।
ये देखो दिस इज ऑफ ऑब्जेक्टिव लेंस, थोड़ा उधर बना देंगे सो दैट थ्योरी करने वाले औखा ना होए। एक स्पॉन्ज लेंस लिया वो ऑब्जेक्टिव लेंस वास्ते, ई आई पीस वास्ते। दिस इज ऑफ ऑब्जेक्टिव लेंस एंड आई पीस लेंस, ठीक है। ਹੁਣ देखो ਆਪਾਂ एस्ट्रोनॉमिकल टेलीस्कोप की दो पार्ट्स में डिवाइड किया है, ठीक है। वो केड़े-केड़े पार्ट्स ने एस्ट्रोनॉमिकल टेलीस्कोप के? पहला जेड़ा प्रूफ करना है दैट इज फॉर लीस्ट डिस्टेंस ऑफ डिस्टिंक्ट विजन, क्लियर। लीस्ट डिस्टेंस ऑफ डिस्टिंक्ट विजन दैट इज फॉर 25 सेंटीमीटर। सेकंड इज फॉर रिलैक्स्ड आई मींस इनफिनिट टू आने वाली रेस। दो तरह का कंडीशन में आप प्रूफ करना, ठीक है। वही सेम कंडीशंस रिलैक्स्ड आई ते लीस्ट डिस्टेंस ऑफ डिस्टिंक्ट विजन। सब तो पहला केस जेड़ा आप डिस्कस करना है दैट इज फॉर लीस्ट डिस्टेंस ऑफ डिस्टिंक्ट विजन, ठीक। लीस्ट डिस्टेंस ऑफ डिस्टिंक्ट विजन। हुन देखो इनफिनिट तो कोई रेज आ रही है, ठीक। ये बेंड करके एक पर्टिकुलर पॉइंट तो निकल के एवं जाएंगे। पहले लिखो रहेगी जी इतने टकराई, एक हो रही इधरों गई रिफ्लेक्ट की कुछ इतने आ गई टकराई। फॉर एग्जांपल इतने अपनी आई है, आप इधरों की ऑब्जर्व कर रहे हैं, ठीक। इधरों ऑब्जर्व कर रहे हैं। हूँ देखो इधरों की कोई रे गई होगी इस फॉर्म, ठीक है। इधरों जा रही होंगी, ठीक है। ये इधरों की गई इतने टकराई, इधरों की गई, इधरों की गई, ये सारियां इस फॉर्म इतने इस पॉइंट तक मीट कर रही हैं, ठीक है। जिथे मीट करी हैं मीनस उत्ते उसकी फाइनल इमेज बन गई। एक इमेज इस पॉइंट पे बनी है, ठीक है। एक इमेज इस पॉइंट पे बनी है, इन्हों आप नाम देता बीटा ए डैश बी डैश ए डबल डैश बी डबल डैश मीनस इतने कोई ऑब्जेक्ट है ए बी इनफिनिट थे, ठीक। क्लियर है। इधरों दी ऑब्जेक्ट दी रेस गई हैं इस पॉइंट पे पहली इमेज बनी, ठीक है। तो ये जी इमेज बन रही है, ठीक है, ये ऑब्जेक्ट का काम करेगी, वही सेम पुरानी स्टोरी, ठीक है। तो इधरों दी रेस जा रही होंगी तो इस पॉइंट पे किते रेस मीट करन गया। हुण ध्यान नाल देखो ये जी मैं इत्थे पॉइंट ड्रॉ करदा, एक इत्थे मैं एक प्लेन ड्रॉ करदा, ये जिहड़ा पॉइंट इत्थे इमेज बनी है दिस इज फोकल प्लेन। ਹੁਣ देखो फोकल प्लेन ਹੁੰਦਾ ਕੀ ਹੈ, ਆਪਾਂ ਜਨਰਲ ਹਲੇ ਤੱਕ ਜਿਹੜੀਆਂ ਟਰਮਸ ਪੜ੍ਹਦੇ ਆ ਰਹੇ ਹਾਂ ਉੱਥੇ ਦੇਖੋ ਇਵੇਂ ਲੈਂਸ से स्ट्रेट रेस भेजदी पई सी ਤੇ ਉਹ ਇੱਕ ਪਾਰਟਿਕੂਲਰ ਪੁਆਇੰਟ ਆ ਕੇ ਮੀਟ ਕਰੀਆਂ ਸੀ। ਇਸ ਪੁਆਇੰਟ ਤੇ ਮੀਟ ਕਰੀ ਸੀ, ਆਪਾਂ ਇਹਨੂੰ ਨਾਮ ਦਿੱਤਾ ਫੋਕਸ, ਠੀਕ ਹੈ। ਪਰ ਹੁਣ ਦੇਖੋ ਲੈਂਸ ਇਸ ਫਾਰਮ 'ਚ ਹੈ, ਆਬਜੈਕਟ ਦੀ ਰੇਸ ਜਿਹੜੀਆਂ ਇਨਫਿਨਾਈਟ ਆ ਰਹੀਆਂ, ਹੁਣ ਜ਼ਰੂਰੀ ਥੋੜਾ ਨਾ ਇसी ਫਾਰਮ 'ਚ ਆਣ, ਪੈਰਲਲ ਹੀ ਆਣੀਆਂ, ਇਦਾਂ ਆ ਗਈਆਂ। ਧਿਆਨ ਨਾਲ ਦੇਖਿਓ ਜੋ ਕਨਸੈਪਟ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਨੂੰ। ਇਧਰੋਂ ਦੀ ਰਹੇਗੀ ਇਸ ਪੁਆਇੰਟ ਤੇ, इधरों की रहेगी सीधा, इधरों की रहेगी इदा, ठीक है। इस पॉइंट पे मीट की। सिमिलरली अगर मैं इदा रे भेज दिंदा ये तो बिल्कुल स्ट्रेट गई, ठीक। दूसरी रहेगी इस फॉर्म टकरा के इदा, तीसरी रहेगी इदा टकरा के इस पॉइंट, मतलब कि सारी रेस एक पर्टिकुलर प्लेन पे आके मीट कर रही हैं। ये जो प्लेन पे मीट कर दी हैं दिस प्लेन इज कॉल्ड फोकल प्लेन, क्लियर है। एक कंसेप्ट समझना जरूरी सी, ठीक है, क्योंकि कंसेप्चुअल भी पूछ सकती है। क्लियर हो गया। मीन्स रेस जिमें मर्जी आन वो उस प्लेन ते ही मीट करनी आके, ठीक है। अगर सीधी आ रही है तो प्रिंसिपल एक्सिस ए मनी जाएगी, अगर इस फॉर्म च आ रही है तो इस पॉइंट पे मीट कर रही है, देखो इस फॉर्म च इस पॉइंट पे मीट कर रही है। अगर इधरों की भेज रहे हैं इस पॉइंट पे, पर इन्हों का प्लेन तो कॉमन है। क्लियर हो रही है टर्म, ठीक है, प्लेन तो कॉमन है। हूँ देखो हूँ सानू ये तो पता चल गया कि हाँ इस फॉर्म च इमेज बन गई, इस पॉइंट पे बन गई है, ठीक है, फोकल प्लेन आ गया, ठीक है। हूँ ये देखो ये जो एंगल आप इतने बनावांगे दिस एंगल इज कॉल्ड अल्फा, ठीक है। ये ओ दिस ए डैश बी डैश, ओ ए डैश बी डैश अल्फा, तो ई ए डैश बी डैश दिस इज बीटा, ठीक है। हम थोड़ा जिहा नेमिंग कर देंगे। इतने ऑब्जेक्ट पिया सीगा,
ठीक है। जिस पॉइंट पे इमेज बन रही है इस पॉइंट की इन्हों पर नाम देता, ठीक है, ये जी इमेज बन रही है इन्हों पर नाम देता एफ ऑफ ऑब्जेक्टिव लेंस। क्लियर है, क्योंकि इतने सारी रेस आके फोकस कर रही है। फॉर एग्जांपल ये जिहड़ा लेंस सीगा इहदी फोकल लेंथ इत्थे है एफ ई, ते इत्थे इमेज बन रही है एफ ई तो पहले। अगर ये एफ ई तो पहले बन रही है ऑब्जेक्ट इत्थे पिया तो इमेज सेम पॉइंट ही बनती होंदी है। ਆਪਾਂ पढ़े हुए हैं कि ऑब्जेक्ट अगर एक्सेप्शनल केस फोकस ते इस पॉइंट पे होए रे गई टकराई इदां गई, ठीक है, एक कन्वर्स कर दी तो इत्थे किते मीट कर दी सेम साइड ऑफ द लेंस, वही केस बन रहा है, ठीक है, वही केस बन रहा है। तो देखो इत्थे फोकस मींस ए वाला डिस्टेंस इस पॉइंट तो लेके इस पॉइंट तक ए लेंस दे लिए की बन जाएगा दैट विल बी इक्वल टू माइनस ऑफ यू ई। क्लियर है ये टर्म, ठीक है, यू ई। एक्चुअली जी इमेज बन रही है वो इतने बन रही है, ठीक है, आप इमेज से ऑब्जेक्ट दोनों सेम पॉइंट से लिए हैं, ठीक है। इसलिए सानू दूसरा डायग्राम ड्रॉ करने की लोड़ नहीं है। लीस्ट डिस्टेंस ऑफ डिस्टिंक्ट विजन। क्लियर। हुण देखो ਇਹਦੀ वर्किंग, ठीक है, कैलकुलेशंस एंड वर्किंग। हुण ਇਹਦੇ ਵਿੱਚ ਕੀਤਾ ਕੀ ਅਸੀਂ सब तो पहले देखो वही मैग्नीफाइंग पावर करनी है। सब तो पहले मैग्नीफाइंग पावर इज डिफाइंड एज द रेशियो ऑफ एंगल मेड बाय इमेज टू एंगल मेड बाय ऑब्जेक्ट प्लेस्ड एट द सेम लोकेशन। याद ना ये वाली टर्म दसी प्लेस्ड एट द सेम लोकेशन इज द इंपॉर्टेंट कीवर्ड। अगर नहीं तुसी कितनी पिछलियां टर्म्स जरूर करिए ताकि तुहानू ये कांसेप्ट ज़्यादा क्लियर होएगा। विच इज इक्वल टू tan बीटा बाय tan अल्फा, tan बीटा बाय tan अल्फा। हुण देखो tan ऑफ बीटा, tan बीटा देखो ये दा tan बीटा a डैश b डैश e, दिस इज tan बीटा। tan बीटा इज परपेंडिकुलर अपॉन बेस दैट इज a डैश b डैश अपॉन a डैश e। क्लियर। हूँ देखो tan अल्फा इज इक्वल टू tan अल्फा, सामने वाला परपेंडिकुलर दिस इज बेस मींस a डैश b डैश अपॉन o a डैश। क्लियर। उन्हें दोनों की रेशियो करती tan बीटा बाय tan अल्फा, दोनों की वैल्यूज पुट की मैग्नीफिकेशन इट विल बी इक्वल टू a डैश b डैश बाय a डैश e इनटू a डैश b डैश बाय a डैश o। ये कट हो गए, सो वी आर लेफ्ट विथ a डैश o डिवाइड बाय a डैश e। द वैल्यू ऑफ a डैश o इज a dash o दी वैल्यू देखो a dash o is equivalent to positive f naught, positive of f naught and a dash e is minus of ue, minus of ue। क्लियर है तक टर्म। हुण देखो आप एक फॉर्मूला पढ़ा है लेंस फॉर्मूला और पर यूज करना है यूजिंग लेंस फॉर्मूला for eyepiece lens and it will be equivalent to 1 upon VE minus 1 upon UE equal to 1 upon focal length FE। क्लियर। हुण देखो 1 upon VE दी वैल्यू जी इमेज बन रही है ये फाइनल इमेज, दिस इज द फाइनल इमेज, ठीक, दिस इज द फाइनल इमेज इसको। क्लियर है। तो ये जी फाइनल इमेज है दैट विल बी इक्वल टू माइनस डी। क्लियर हो रही है टर्म एंड इट विल बी इक्वल टू माइनस डी। अगर माइनस डी के इक्वल है, ठीक है, ये अगर माइनस डी के इक्वल है दिस विल बी इक्वल टू ये पहले फॉर्मूला इस फॉर्म से लिखो 1 upon v 1 upon u 1 upon f। हूँ देखो v की वैल्यू दैट विल बी इक्वल टू माइनस 1 upon d। क्लियर। u फॉर i u इस साइड है and it will be equal to minus of ue which is equal to 1 upon f।
f ਦੀ ਵੈਲਿਊ ਕੀ ਆਏਗੀ 1/fe क्लियर a माइनस माइनस एंड इट विल बी इक्वल टू प्लस तो की बन जाएगा 1/ue इज इक्वल टू 1/fe प्लस 1/d क्लियर ये वाला ਆਪਾਂ रिलेशन यूज करना है ਇਹਦੇ ਵਿੱਚ सो वी गेट ਸਾਡੇ ਕੋਲ ਕੀ ਰਿਜ਼ਲਟ ਆ ਜਾਏਗਾ ਸਾਡੇ ਕੋਲ ਜਿਹੜਾ ਫਾਈਨਲ ਰਿਜ਼ਲਟ ਆ ਜਾਏਗਾ ਉਹ ਲੀਸਟ डिस्टेंस ऑफ डिस्टिंक्ट विजन will be equivalent to magnification is equivalent to f naught upon minus ue. It means it is equivalent to minus of 1 upon fe plus 1 upon t. और ज़्यादा इन्हें modify करिए था minus f naught upon fe 1 plus fe upon d. This is the final result. ਹੁਣ ਦੇਖੋ ਇਸ ਰਿਜ਼ਲਟ ਤੋਂ ਉਹ ਟਰਮ ਕਲੀਅਰ ਹੋ ਗਈ ਜੋ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸੀ ਸੀ ਉਹ ਕਿਹੜੀ ਟਰਮ ਦੱਸੀ ਸੀ ਉਹ ਦੇਖੋ ਹੁਣ f ਨੋਟ ਕੀ ਸੀਗਾ f ਨੋਟ ਕਿਹੜਾ ਲੈਂਸ ਹੈ ਇਟ ਇਜ਼ ਆਫ ਆਬਜੈਕਟਿਵ ਲੈਂਸ ਆਬਜੈਕਟਿਵ ਲੈਂਸ ਦਾ ਫੋਕਲ ਲੈਂਥ ਹੈ f ਨੋਟ ਠੀਕ ਹੈ ਆਬਜੈਕਟਿਵ ਲੈਂਸ ਦਾ ਫੋਕਲ ਲੈਂਥ ਹੈ f ਨੋਟ ਹੁਣ ਮੈਂ ਤੁਹਾਨੂੰ ਦੱਸਿਆ ਸਟਾਰਟਿੰਗ ਵਿੱਚ ਦੱਸਿਆ ਸੀਗਾ ਆਬਜੈਕਟਿਵ ਲੈਂਸ ਦਾ ਫੋਕਲ ਲੈਂਥ ਕਿਵੇਂ ਦਾ ਹੋਣਾ ਚਾਹੀਦਾ ਲਾਰਜ ਤੇ ਇਹਦਾ ਫੋਕਲ ਲੈਂਥ ਸਮਾਲ ਐਜ਼ ਕੰਪੇਅਰ ਟੂ ऑब्जेक्टिव लेंस ਹੁਣ ਦੇਖੋ ਉਹੀ ਟਰਮ ਬਣ ਰਹੀ ਹੈ f ਨੋਟ ਉੱਪਰ ਹੈ ਮੀਨਸ ਅਗਰ f ਨੋਟ ਦੀ ਵੈਲਿਊ ਲਾਰਜ ਹੋਏਗੀ ਐਂਡ fe ਦੀ ਵੈਲਿਊ ਜਿੰਨੀ ਜ਼ਿਆਦਾ ਸਮਾਲ ਹੋਏਗੀ ਮੈਗਨੀਫਿਕੇਸ਼ਨ ਉਨੀ ਹੀ ਜ਼ਿਆਦਾ ਹੋਏਗੀ ਠੀਕ ਹੈ ਟੂ ਗੈਟ ਗੁੱਡ ਮੈਗਨੀਫਿਕੇਸ਼ਨ ਹਾਈ ਕੁਆਲਿਟੀ ਮੈਗਨੀਫਿਕੇਸ਼ਨ we want f naught should be large and fe should be small means aperture of focal length objective lens should be of large so that maximum rays on the image ਜਿਹੜੀ ਆ bright ਬਣੇ ਤੇ fe should be small so that image ਜਿਹੜੀ ਬਣੇ ਉਹ clarity ਨਾਲ ਬਣੇ ਠੀਕ ਹੈ ਇਹ ਬਿਹੇਵ ਕਰੂਗਾ ਉਹੀ ਸੇਮ ਪੁਰਾਣਾ ਕੇਸ ਜਿਵੇਂ ਆਪਾਂ ਲੈਂਸਿਸ ਵਿੱਚ ਕੀਤਾ ਸੀ ਸਿੰਪਲ ਮਾਈਕਰੋਸਕੋਪ ਤੇ ਕੰਪਾਊਂਡ ਮਾਈਕਰੋਸਕੋਪ ਵਿੱਚ ਇਹ ਕਲੀਅਰ ਹੋ ਗਿਆ ਟਰਮ ਹੁਣ ਨੈਕਸਟ ਆਪਾਂ ਪਾਰਟ ਕਰਨਾ ਹੈ that is for far off view or we can say for relaxed ray or parallel rays clear है टर्म हाँ जी नेक्स्ट पार्ट जिहड़ा करना है दैट इज एस्ट्रोनॉमिकल दा ही एस्ट्रोनॉमिकल टेलीस्कोप दा फॉर फार ऑफ व्यू या नॉर्मल एडजस्टमेंट भी करनी है रेस जब आंदी गई रेस कमिंग पैरेलल ठीक है या फिर इन्हों इस फॉर्म भी कह सकते हैं दैट इज फॉर रिलैक्स्ड आई ठीक इस फॉर्म ਹੁਣ देखो केस सेम है रे डायग्राम में कोई फर्क नहीं है बस छोटा जिहा फर्क आता है कि जिहड़ी इमेज बन रही है वो किस पॉइंट ते बननी चाहिए ਉਹਦਾ ਧਿਆਨ ਰੱਖਣਾ फिर तो मैं थोड़ी जी स्पेस डायग्राम वास्ते कर दूंगा कि फॉर एग्जांपल ये साडा लेंस है सेम वही ऑब्जेक्टिव लेंस फोकल लेंथ लार्ज इतने दूसरा लेंस क्या यूज करना है वेरी गुड वी यूज आई पीस लेंस क्लियर इस फॉर्म जा रही है रेस ठीक इतने की है वो पुराने वाला केस वही सेम टू सेम कॉपी पेस्ट कोई चेंज नहीं ठीक कोई कंफ्यूजन नहीं इनफाइनाइट तो रेज आ रही हैं सेम वही केस सेम उसी फॉर्म ची ठीक है बिल्कुल स्ट्रेट गई ये डाइवर्स की किसी पर्टिकुलर पॉइंट पे मीट की इधरों दी रह गई टकराई ये भी इस पॉइंट पे मीट की इस लेंस का साइज थोड़ा बढ़ा देंगे सो दैट इमेज जी है प्रॉपर बने उस फॉर्म फॉर एग्जांपल थोड़ा होर बता दो रे गई इधरों दी पैरेलल इधरों दी पास की इधरों दी कीती होएगी ठीक है इधरों दी जांदी पई होएगी इधरों जांदी पई होएगी ते इधरों दी आंदी ही लगेगी ठीक है इत्थे आई रखती आपां ठीक है इधरों दी कोई रे इस फॉर्म च आई इदां गई ये जिहड़ी इमेज बनेगी फाइनल इमेज इट विल बी एट इनफाइनाइट ये पैरेलल बिहेव करेगी कदों पैरेलल बिहेव करेगी वो केस तुसीं याद करना है देखो पैरेलल उदों कर दी गई है जब ऑब्जेक्ट कित्थे पे होवे एट फोकस आपां एक फोकल प्लेन बनाता है वाला फिर तो फोकल प्लेन इस फॉर्म च रेज आ रही हैं इस पॉइंट पे मीट कर रही हैं मींस ए इस ऑब्जेक्टिव लेंस दा फोकल लेंथ
एफ नॉट, ए एफ नॉट इस फॉर्म च। क्लियर। सिमिलरली ए ਇਹਦੇ ਲਈ ऑब्जेक्ट ਦਾ ਕੰਮ ਕਰੇਗੀ ਤੇ ऑब्जेक्ट ਕਿੱਥੇ ਪਿਆ ਹੋਇਆ ਹੈ, so that image infinite ਤੇ ਬਣਨ means object is placed at focal length of eyepiece, means f naught and fe are at the same place. We can say this is equivalent to ue and fe negative. Clear है टर्म। ਹੁਣ देखो 1 upon सब तो पहले मैग्निफिकेशन वही सेम, मैग्निफिकेशन इट इज इक्वल टू बीटा डिवाइड बाय अल्फा विच इज इक्वल टू टेंजेंट ऑफ बीटा डिवाइड बाय टेंजेंट ऑफ अल्फा। ठीक, ये साडा आ गया अल्फा। ठीक, ये साडी इस पॉइंट पे बन रही है इस फॉर्म च, इनू नाम देता ए डैश बी डैश। क्लियर। हुण देखो ये अल्फा, इनू नाम देता आपा बीटा, अल्फा बीटा। ठीक, tan बीटा के इक्वल है, tan बीटा इज इक्वल टू दिस परपेंडिकुलर एंड दिस बेस ए ओ ए ई, मींस ओ परपेंडिकुलर मींस ए डैश बी डैश डिवाइड बाय ए डैश ई अपॉन, हाँ जी, tan beta is a dash b dash upon a dash e and tan alpha the value that is equivalent to a dash b dash upon a dash o. Clear? ये कटियाँ गई हैं, so we are left with magnification is equivalent to a dash o upon a dash e which is equal to the value of a dash o f naught positive, the a dash e is negative fe which fe means minus of f naught upon fp. ਹੁਣ देखो ये रिलेशन देख के फिर तो सानू क्लियरली पता चल रहा है, क्लियरली f naught की होना चाहिए है, अगर लार्ज होएगा मैग्निफिकेशन भी लार्ज होएगी एंड fe स्मॉल होएगा मैग्निफिकेशन भी स्मॉल होएगी। क्लियर है टा। फोकल लेंथ ऑफ ऑब्जेक्टिव लेंस लार्ज होगा, मैग्निफिकेशन लार्ज, एफ स्मॉल मींस मैग्निफिकेशन भी स्मॉल। ये क्लियर है टर्म। हुन इधरों दी देखो एक टर्म देखो ध्यान नाल, ये सानू पता चल गया हाँ जी इस फॉर्म च है एफ नॉट स्मॉल ग्रेटर एम ग्रेटर एफ स्मॉल एम वी स्मॉल। नेगेटिव साइन दोनों केसेस दी नेगेटिव साइन है क्योंकि अपन रिफ्रैक्टिंग कितना मैं स्टार्टिंग दसे दोनों रिफ्रैक्टिंग टाइप विच किया है नेगेटिव साइन। नेगेटिव साइन की शो कर रहा है, इट शोज इट इज द लेंस इज ऑफ the lens या image, the image is of real and inverted in nature. Clear? ਹੁਣ ਆਪਾਂ ਜਿਹੜਾ ਨੈਕਸਟ ਕਰਨਾ ਹੈ ਉਹ ਕਰਨਾ ਆਪਾਂ ਟੈਲੀਸਕੋਪ ਦਾ ਹੀ, ਪਰ ਕਿਹੜਾ ਕੈਸੀਗ੍ਰੇਨ ਜੋ ਮੋडिफिकेशन हुई थी बिल्कुल लास्ट वाला केस दैट इज कैसीग्रेन टाइप टेलीस्कोप। क्लियर? हाँ जी, नेक्स्ट है कैसीग्रेन टाइप टेलीस्कोप। ਹੁਣ देखो ये ਜਿਹੜੇ कैसीग्रेन है एक न्यूटोनियन टाइप टेलीस्कोप है जो कि सिलेबस ਤੋਂ ਬਾਹਰ ਹੋ ਚੁੱਕਾ ਹੋਇਆ। ठीक है, ਤੇ ਫਿਰ ਵੀ ਮੈਂ ਆਪਣੀ ਨੈਕਸਟ ਵੀਡੀਓਜ਼ ਵਿੱਚ ਪਾਉਂਗਾ ਉਹ ਵਾਲੀ ਕੁਝ ਨਾ ਕੁਝ ਉਸ ਉਹਦੇ ਨਾਲ ਰਿਲੇਟਡ ਟੌਪਿਕਸ। ठीक है, जो एक्स्ट्रा करना चाहते बच्चे। ठीक है, टेरेस्ट्रियल टाइप टेलीस्कोप हो गया। ठीक है, चलो अपना ये वाला टॉपिक देखो कैसीग्रेन टाइप टेलीस्कोप। कैसीग्रेन टाइप टेलीस्कोप ਹੁੰਦਾ ਕਿਹੜਾ ਹੈ? ठीक है, ये हल्का मटीरियल यूज़ करने वाला, ਜਿਹੜੇ ਆਪਾਂ ਲੈਂਸਿਸ ਯੂਜ਼ ਕਰਦੇ ਸੀਗੇ ਉਹ ਕਾਫੀ ਹੈਵੀ ਹੋ ਜਾਂਦੇ ਸੀਗੇ, ਹੈਂਡਲ ਕਰਨਾ ਬੜਾ ਡਿਫਿਕਲਟ ਹੁੰਦਾ ਸੀ। ਉਹਨਾਂ ਚੀਜ਼ਾਂ ਤੋਂ ਓਵਰਕਮ ਕਰਨ ਲਈ ਨਿਊਟਨ ਨੇ ਕੁਝ ਹਲਕਾ ਮਟੀਰੀਅਲ ਯੂਜ਼ ਕਰਨਾ ਸ਼ੁਰੂ ਕੀਤਾ। ਠੀਕ ਹੈ, ਲੈਂਸਿਸ ਵਗੈਰਾ ਦੀ ਜਗ੍ਹਾ ਆਪਾਂ ਮਿਰਰ ਵਗੈਰਾ ਯੂਜ਼ ਕਰਨਾ ਸ਼ੁਰੂ ਕੀਤੇ। ਠੀਕ ਹੈ, ਤੇ कैसीग्रेन ने उस तो भी ज़्यादा मॉडिफिकेशन की, होर ज़्यादा मॉडिफिकेशन करके उन्हें मतलब कि जिमें जिहड़ा न्यूटन ने किया सी उन्हें इत्थे बिल्कुल कॉम्पलैक्स किया सीगा, जिवें इत्थे पूरा कवर किया है तो इत्थे कोई इमेज नहीं बन रही सी। इत्थे जिहड़ी इमेज बन रही सी वो किसी लेंस के थ्रू होंदे हुए इत्थे आपां देखदे सी ते वो काफ़ी हाइट ते हुंदा सीगा। ये जिहड़ा लेंस मिरर आपां यूज़ करते सीगे, ये जिहड़ा एक्सपेरिमेंट है काफ़ी हाई डिस्टेंस ते सी, जिहड़ा कि डिफिकल्ट सीगा मतलब कि हैंडल करना, इन्ना हाइट ते जाके मतलब देखना, वो भी रात के टाइम ते आपां कर पाते थे एक्सपेरिमेंट। ठीक है, क्योंकि रात में ही स्टार्स वगैरह ईजिली अवेलेबल होंगे, विजिबल होंगे, सॉरी विजिबल होंगे। ठीक है, हुण देखो इधरों जिहड़ियां रेज आईयां
ਗਈਆਂ ਟਕਰਾਈਆਂ। ਦੇਖੋ ਆਪਾਂ ਇੱਥੇ ਯੂਜ਼ ਕੀ ਕੀਤਾ, ਦੋ ਤਰ੍ਹਾਂ ਦੇ ਯੂਜ਼ ਕੀਤੇ ਆਪਾਂ। ਫਸਟ ਇਜ਼ ਆਫ ਕੌਨਕੇਵ ਪੈਰਾਬੋਲਾइडल ਮਿਰਰ। ਸਭ ਤੋਂ ਪਹਿਲੇ ਦੇਖੋ ਪੈਰਾਬੋਲਾइडल ਕਿਉਂ ਲਿੱਤਾ ਆਪਾਂ, ਪੈਰਾਬੋਲਿਕ ਕਿਉਂ ਲਿੱਤਾ, ਕੀ ਜ਼ਰੂਰਤ ਪਈ ਸਾਨੂੰ ਪੈਰਾਬੋਲਿਕ ਸ਼ੇਪ ਲੈ ਕੇ ਆਉਣ ਦੀ। ਪੈਰਾਬੋਲਿਕ ਤਾਂ ਕਰਕੇ ਲਿਆ ਸੋ ਦੈਟ ਜਿਹੜੀ ਇਮੇਜ ਬਣੇ ਨਾ ਉਹਦੇ ਵਿੱਚ ਕੋਈ ਅਬਰੇਸ਼ਨ ਹੁੰਦੀ ਹੈ, ਐਬਰੇਸ਼ਨਸ। ਫॉर एग्जांपल ਸਾਡੇ ਕੋਲ ਇੱਥੇ ਸਫੈਰੀਕਲ ਅਬਰੇਸ਼ਨ ਆਏ, ਪੈਰਾਬੋਲਾइडल ਲੈ ਕੇ ਆਂਦਾ ਕੀ ਕਾਰਨ ਸੀਗਾ, देयर विल बी नो spherical aberrations, ਠੀਕ ਹੈ। ਤੇ ਦੂਸਰਾ ਕੀ ਕਾਰਨ ਹੈਗਾ ਇਹਦੇ ਵਿੱਚ, नो chromatic aberrations, ਨਾ ਹੀ spherical aberration ਹੈ ਨਾ ਹੀ chromatic aberration ਹੈ। chromatic aberration ਕਿਹੜੇ ਕੇਸ ਵਿੱਚ ਹੁੰਦਾ ਉਹ ਵੀ ਤੁਸੀਂ ਯਾਦ ਰੱਖਣਾ। chromatic aberration is possible only in cases of lenses, क्योंकि lenses ਵਿੱਚ ਹੀ light reflect करती है। white light is divided into different colors, जो कि ਆਪਾਂ ਪਹਿਲੇ डिस्कस कर चुके हैं। मींस इस फॉर्म 'ਚ अगर lens रखांगे इधरों ਦੀ 7 कलर डिवाइड होने के चांसेस होंगे, ठीक है, जिस करके chromatic aberration आएगी। chromatic aberration की मतलब ए कलर अलग ए अलग, फॉर एग्जांपल ਇੱਥੇ रेड है ਇਹ वायलेट है, ठीक है, वायलेट आगे होएगा इतना डिस्टेंस ਜਿਹੜਾ ਹੋਏਗਾ अलग-अलग होएगा। ਉਹ ਅਬਰੇਸ਼ਨ ਨੂੰ ਓਵਰਕਮ ਇਹੋ ਜੀ ਸ਼ੇਪ ਕਰਦੀ ਹੈ ਪੈਰਾਬੋਲਾइडल ਮਿਰਰਸ, ठीक है। पैराबोलाइडल मतलब मेन ਤਾਂ ਇਹ ਆ ਗਿਆ स्फेरिकल ਵਾਸਤੇ, स्फेरिकल ਅਬਰੇਸ਼ਨ ਨੂੰ ਦੂਰ ਕਰਦਾ ਹੈ, ਤੇ ਮਿਰਰਸ ਯੂਜ਼ ਕਰਕੇ ਸਾਡੇ ਕੋਲ क्रोमैटिक ਅਬਰੇਸ਼ਨ ਵੀ ਦੂਰ ਹੋ ਜਾਂਦੀ ਹੈ। ਹੁਣ ਦੇਖੋ ਇੱਥੇ ਕੀਤਾ ਕੀ, ਸਭ ਤੋਂ ਪਹਿਲੇ ਇਸ ਫਾਰਮ 'ਚ ਆਪਾਂ ਕਨਕੇਵ ਲਿੱਤਾ, ਕਨਕੇਵ, ਐਂਡ ਸੈਕੰਡ ਇਜ਼ ਕਨਵੈਕਸ ਲੈਂਸ ਮਿਰਰ, ਸੌਰੀ ਦੋ ਮਿਰਰ ਲੈ ਲੇ। ਕਨਵੈਕਸ ਮਿਰਰ ਦਾ ਪ੍ਰੋਪਰਟੀ ਕੀ ਹੁੰਦੀ ਹੈ, ਇਧਰ ਦੀ ਕਨਕੇਵ ਮਿਰਰ ਨੇ ਕਿਹਾ ਇਹ ਦੋਨੋਂ ਕੀ ਕਰ ਰਹੇ ਆ ਇਸ ਫਾਰਮ 'ਚ ਕਨਵਰਟ ਕਰਨਗੇ, ਇਹ ਇਸ ਫਾਰਮ 'ਚ ਆਂਦੀ ਲੱਗੇਗੀ, ਇਸ ਫਾਰਮ 'ਚ ਆਂਦੀ ਲੱਗੇਗੀ, ਠੀਕ ਹੈ। ਇਧਰੋਂ ਦੀ ਟਕਰਾਈ ਇਹ ਇਹਦੀ ਇਮੇਜ ਇਸ ਪੁਆਇੰਟ ਤੇ ਬਣ ਗਈ, इधर दी ऑब्जर्वर जो है इजीली ऑब्जर्व कर सकता है। बड़ा सौखा एक्सपेरिमेंट है। दो मिरर यूज किते, एक कॉनकेव ते दूसरा कॉन्वेक्स। रेज गईयां टकराईयां, टकरा के इत्थे मिरर ते पईयां, इधरों दी इधरों आंदी आंदी हुई लगदी, इधरों दी ए आंदी हुई लगी, ते इधरों दी टकरा के इस पॉइंट ते फाइनली में बनी, जेड़ा कि इत्थे आईपीस दे नाल आपां इजीली नु देख पा रहे हैं, आईपीस, ठीक है, या अपनी ह्यूमन आई ना, सॉरी आईपीस नहीं ह्यूमन आई ना। हुन देखो इस केस में देखो जी मैग्नीफिकेशन की वैल्यू है सेम है, दैट इज m = f0/fe, पर इतने पॉजिटिव आ रहा है, उत्थे क्या आ रहा है नेगेटिव। पॉजिटिव साइन की शो कर रहा है, द इमेज फॉर्म्ड इज इरेक्ट इन नेचर, जो कि ये भी एक ड्रॉबैक बन रहा है कि आप इरेक्ट इमेज नहीं देख पा रहे लेंसेज विच, ठीक है, जो देख पा रहे थे प्रॉपर नहीं देख पा रहे थे। तो दूसरा की आ गया अगेन फॉर इनफाइनाइट f0/fe, ये भी क्या है पॉजिटिव, मींस इतने भी इमेज जी बन रही है वो बन रही है सेम, f0 भी r/2, वो तो बेसिक टर्म्स। हुन देखो एडवांटेजेस लास्ट रैप अप कर रहे हैं। एडवांटेजेस ऑफ रिफ्लेक्टिंग टाइप टेलीस्कोप ओवर रिफ्लेक्टिंग टाइप टेलीस्कोप, रिफ्लेक्टिंग टाइप टेलीस्कोप दे सब तो पहला ईजी टू हैंडल, मतलब कि ये ईजीली हैंडल करने दे विच ईजी होंदा है, क्योंकि लेंसेज काफ़ी हैवी होंदे ने, ठीक है, काफ़ी बड़े बड़े साइज होंदे हैं। सो यूट्यूब ते देखियो जिहड़ा प्रोसैस होंदा है लेंस तो आपां देखते गए काफ़ी हैवी होंदा है, पर ये जिहड़े हल्के मटीरियल दे बने होंदे आ, दैट इज इट इज ईजी टू हैंडल, नो क्रोमैटिक अबरेशंस, नो स्फेरिकल अबरेशंस, ठीक है, ईजी एंड चीप, थोड़े सस्ते पै जांदे है, ठीक है, एज कम्पेयर टू वन टाइम इन्वेस्टमेंट है ਉਹਦੇ ਵਿੱਚ ਕੀ ਹੈ ਕਾਫੀ मतलब हैंडल करते काफ़ी ज़्यादा मतलब कि ਕੀ ਹੁੰਦਾ नुकसान होने के चांसेस वध ਜਾਂਦੇ ਗਿਆ, ठीक है, ਤਾਂ ਕਰਕੇ रिफ्लेक्टिंग टाइप टेलीस्कोप काफ़ी हेल्प करते ਗਿਆ, ठीक है। ਇਹ ਸੀਗੇ ਅੱਜ ਦਾ ਲੈਕਚਰ, ठीक है, ਇਹ ਸਾਡਾ ਰੇ ਆਪਟਿਕਸ ਦਾ ਲਾਸਟ ਟੌਪਿਕ ਸੀ, ठीक है। ਹੁਣ ਨੈਕਸਟ ਆਪਾਂ ਜਿਹੜਾ ਕਰਾਂਗੇ ਦੈਟ ਇਜ਼ ਵੇਵ ਆਪਟਿਕਸ, ठीक है। ਜੇ ਤੁਹਾਨੂੰ ਫਿਰ ਵੀ ਇਸ ਯੂਨਿਟ ਵਿੱਚ ਕੋਈ ਵੀ ਡਾਊਟ ਜਾਂ ਕੋਈ ਵੀ मतलब कि ਕੁਐਰੀ ਹੋਏ ਤੁਹਾਡੀ ਜਨਰਲ ਇਸ ਟੌਪਿਕ ਦੇ ਨਾਲ ਰਿਲੇਟਡ ਜਾਂ मतलब कि ਹੋਰ ਵੀ ਕਨਸੈਪਚੁਅਲ ਕੁਐਸਚਨ ਦੇ ਨਾਲ ਰਿਲੇਟਡ, तो ਤੁਸੀਂ ਸਾਡੇ WhatsApp ਨੰਬਰ ਜਾਂ ਈਮੇਲ ਆਈਡੀ ਦੁਆਰਾ ਪੁੱਛ ਸਕਦੇ ਹੋ। ਤਦ ਤੱਕ ਲਈ ਧੰਨਵਾਦ, ਥੈਂਕ ਯੂ ਸੋ ਮਚ।